is my biggest piece, more than 2 meters long. Right? So I call it dinosaur, but you can call it anything. ਇਹਨੂੰ ਤੁਸੀਂ ਡਰੈਗਨ ਕਹਿ ਸਕਦੇ ਹੋ, ਤੁਸੀਂ ਘੋੜਾ ਕਹਿ ਸਕਦੇ ਹੋ, ਅਗਲੀਆਂ ਟੰਗਾਂ ਹੈਗੇ ਡਾਇਨਾਸੌਰ ਦੀਆਂ, ਐਂਡ these are the jaws of dinosaur. Peacock ਤੁਸੀਂ ਸਮਝ ਸਕਦੇ ਹੋ, right? It looks like a peacock, duck. These are two human faces. ਹੁਣ ਲੈਫਟ ਵਾਲਾ ਜਿਹੜਾ ਹੈਗਾ ਮੈਂ ਇੱਕ ਬੱਚੇ ਦਾ ਫੇਸ ਦਿਖਾਇਆ ਹੈਗਾ, ਰਾਈਟ ਵਾਲਾ ਜਿਹੜਾ ਹੈਗਾ ਉਹ ਇੱਕ ਗਰੋਨ ਅਪ ਦਾ ਹੈਗਾ, ਹਿਰਨ ਹੈਗਾ ਇੱਕ। ਸੋ ਦਿਸ ਅਨਦਰ ਪੀਸ, ਭੂਲੇ ਬਿਸਰੇ ਗੀਤ, ਇਹ ਮੇਰੇ ਭੂਲੇ ਬਿਸਰੇ ਗੈਜਟ ਹੈਗੇ। ਪਰ ਮੈਨੂੰ ਸ਼ੌਕ ਹੈਗਾ ਇਹਨਾਂ ਨੂੰ ਰੱਖਣ ਦਾ, ਮੇਨਟੇਨ ਕਰਨ ਦਾ। ਅਗਰ ਮੈਂ ਇਹਨਾਂ ਨੂੰ ਲੈ ਕੇ ਜਾਣਾ ਕਿਸੇ ਮਕੈਨਿਕ ਕੋਲ ਤੋਂ ਹੱਸਦਾ ਮੇਰੇ ਤੇ ਜੋ ਇਹ ਕੈਸਟ ਹੈਗੇ ਨੇ ਪੁਰਾਣੇ ਸਮੇਂ ਜਦੋਂ ਸਾਡੇ ਬਜ਼ੁਰਗਾਂ ਦੇ ਵਿਆਹ ਹੁੰਦੇ ਸੀ, ਜਾਂ ਅਸੀਂ 2000 ਸਾਲ ਦੀ ਗੱਲ ਕਰੀਏ ਜਦੋਂ ਅਜਿਹੇ ਰਿਕਾਰਡ, ਜਿਹਨੂੰ ਰਿਕਾਰਡ ਕਹਿੰਦੇ, ਵਾਜੇ ਕਹਿੰਦੇ ਹੁੰਦੇ ਸੀ, ਜਿਹੜੇ ਵਿਆਹ ਸ਼ਾਦੀਆਂ ਤੇ ਅਕਸਰ ਵੱਜਦੇ ਹੁੰਦੇ ਸੀ। ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦਾ, VCR, ਰਾਈਟ, ਵੀਡੀਓ ਕੈਸੇਟ ਰਿਕਾਰਡਰ। ਹੁਣ ਇਹ ਵੀ ਆਊਟਡੇਟਡ ਜ਼ਰੂਰ ਹੈਗਾ, ਇਹ ਅੱਜ ਕੱਲ੍ਹ ਫੈਸ਼ਨ ਵਿੱਚ ਨਹੀਂ ਹੈਗਾ, ਲੇਕਿਨ ਮੈਂ ਸ਼ੌਕ ਦੇ ਤੌਰ ਤੇ ਇੱਕ ਮੇਰੀ ਪ੍ਰਾਈਡ ਪੋਜੀਸ਼ਨ ਹੈਗੀ, ਇਹ ਵੀਡੀਓ ਕੈਸੇਟਸ ਦੇ ਹੈਗੇ, ਇਹ ਮੇਰੀ ਕਾਫੀ ਕਲੈਕਸ਼ਨ ਹੈਗੀ। ਤੇ ਇਸ ਨੂੰ ਅਸੀਂ ਕਰਨਲ ਸਾਹਿਬ ਤੋਂ ਜਾਣਾਂਗੇ ਕਿ ਇਹ ਕਿਸ ਦੀ ਬਣੀ ਹੋਈ ਚੀਜ਼ ਹੈ, ਕਿਹੜੀ ਲੱਕੜ ਹੈਗੀ ਹੈ, ਕਿੱਥੋਂ। ਇਹ ਪੀਸ ਜਿਹੜਾ ਹੈਗਾ ਇਹਨੂੰ ਐਲੀਅਨ ਕਹਿ ਸਕਦੇ ਆ। ਬਾਕੀ ਤੁਹਾਡੀ ਇਮੈਜੀਨੇਸ਼ਨ, ਤੁਹਾਡੀ ਪਰਸੈਪਸ਼ਨ ਹੈਗੀ, ਮੈਂ ਤੁਹਾਡੀ ਸੋਚ ਨੂੰ ਪਾਬੰਦੀ ਨਹੀਂ ਲਗਾਵਾਂਗਾ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਸੰਦੀਪ ਕੰਬੋਜ। ਪੰਜਾਬੀ ਵਿਰਸੇ ਦੀ ਗੱਲ ਕਰੀਏ ਜਾਂ ਪੰਜਾਬੀ ਕਲਾਕ੍ਰਿਤੀ ਦੀ ਗੱਲ ਕਰੀਏ ਤਾਂ ਅੱਜ ਅਸੀਂ ਬਹੁਤ ਵਾਂਝੇ ਹੈਗੇ ਆ। ਕੁਝ ਕੁ ਉਹ ਲੋਕ ਹੈਗੇ ਨੇ ਜਿਨ੍ਹਾਂ ਨੇ ਪੰਜਾਬੀ ਵਿਰਸੇ ਨੂੰ ਦਿਲ ਦੇ ਨਾਲ ਲਾ ਕੇ ਰੱਖਿਆ ਹੋਇਆ, ਆਪਣੇ ਜ਼ਿਹਨ ਦੇ ਵਿੱਚ ਵਸਾਇਆ ਹੋਇਆ ਕਿ ਪੰਜਾਬੀ ਵਿਰਸਾ ਹੀ ਸਾਡੀ ਪਛਾਣ ਹੈ। ਤੇ ਕਲਾਕ੍ਰਿਤੀ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਅੱਜ ਕਲਾਕ੍ਰਿਤੀ ਹੋ ਰਹੀਆਂ ਨੇ, ਚਾਹੇ ਅਸੀਂ ਜਿਹੜੇ ਮਰਜ਼ੀ ਖੇਤਰ ਦੀ ਗੱਲ ਕਰੀਏ, ਵੁਡਨ ਨੂੰ ਲੈ ਕੇ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਇਸ ਤਰ੍ਹਾਂ ਦੀ ਕਲਾ ਜਿਹੜੀ ਕਦੇ ਸ਼ਾਇਦ ਤੁਸੀਂ ਸੁਪਨੇ 'ਚ ਵੀ ਨਹੀਂ ਸੋਚੀ ਹੋਣੀ ਕਿ ਇਹ ਕਲਾ ਵੁਡਨ ਤੇ ਵੀ ਹੋ ਸਕਦੀ ਹੈ। ਸਾਡੇ ਨਾਲ ਜਸਪਾਲ ਸਿੰਘ, ਰਿਟਾਇਰ ਕਰਨਲ ਜਸਪਾਲ ਸਿੰਘ ਚੰਡੋਕ ਹੈਗੇ ਨੇ। ਉਹਨਾਂ ਦੇ ਅਸੀਂ ਅੱਜ ਕਲਾ ਦੇ ਬਾਰੇ ਜਾਣਾਂਗੇ, ਜੋ ਕੁਝ ਸਮਾਨ, ਸਾਜੋ ਸਮਾਨ ਹੈਗਾ ਉਸ ਦੇ ਬਾਰੇ ਜਾਣਾਂਗੇ ਜੋ ਉਹਨਾਂ ਨੇ ਆਪਣੇ ਹੱਥੀਂ ਬਣਾਇਆ। ਸਭ ਤੋਂ ਪਹਿਲਾਂ ਸਵਾਗਤ ਹੈ ਕਰਨਲ ਸਾਹਿਬ ਜੀ ਹਮਦਰਦ ਟੀਵੀ ਤੇ। ਥੈਂਕ ਯੂ ਜੀ। ਬਿਲਕੁਲ ਚੰਡੋਕ ਸਾਹਿਬ, ਅਸੀਂ ਜਾਣਨਾ ਚਾਹਾਂਗੇ ਜੋ ਇਹ ਸਾਜੋ ਸਮਾਨ ਹੈਗਾ, ਬਹੁਤ ਜ਼ਿਆਦਾ ਖੁਸ਼ੀ ਮਿਲੀ ਜਦੋਂ ਅਸੀਂ ਇਹ ਚੀਜ਼ ਨੂੰ ਦੇਖਿਆ, ਕੁਝ ਵਿਰਸੇ ਨਾਲ ਜੁੜੀਆਂ ਚੀਜ਼ਾਂ ਦੇਖੀਆਂ, ਕੁਝ ਜਿਹੜੀ ਇਹ ਵੁਡਨ ਦੇ ਉੱਪਰ ਜੋ ਕਲਾ ਕੀਤੀ ਹੋਈ ਹੈ, ਇਹ ਚੀਜ਼ਾਂ ਦਾ ਸ਼ੌਂਕ ਕਦੋਂ ਪਿਆ ਕਿ ਇਹ ਚੀਜ਼ ਵਿਰਸੇ 'ਚ ਤੁਹਾਨੂੰ ਮਿਲੀ ਸੀ? ਇੱਕ ਚੀਜ਼ ਤੁਹਾਨੂੰ ਮੈਂ ਜੋ ਦਿਖਾਈ ਹੈ ਕਿ 올ਡ ਗੈਜਟਸ, ਜਿਹੜੇ ਕਹਿੰਦੇ ਨੇ ਭੂਲੇ ਬਿਸਰੇ ਗੀਤ, ਇਹ ਮੇਰੇ ਭੂਲੇ ਬਿਸਰੇ ਗੈਜਟ ਹੈਗੇ। ਇਹ ਇੱਕ ਟਾਈਮ ਤੇ ਸਭ ਦੁਨੀਆ ਇਸਤੇਮਾਲ ਕਰਦੀ ਸੀ, ਹੁਣ ਇਹ ਆਊਟਡੇਟਡ ਜ਼ਰੂਰ ਹੋ ਗਏ, ਪਰ ਮੈਨੂੰ ਸ਼ੌਕ ਹੈਗਾ ਇਹਨਾਂ ਨੂੰ ਰੱਖਣ ਦਾ, ਮੇਨਟੇਨ ਕਰਨ ਦਾ। ਜੋ ਵੀ ਬੜਾ ਮੁਸ਼ਕਿਲ ਕੰਮ ਹੈ ਕਿ ਅਗਰ ਮੈਂ ਇਹਨਾਂ ਨੂੰ ਲੈ ਕੇ ਜਾਣਾ ਕਿਸੇ ਮਕੈਨਿਕ ਕੋਲ ਤੋਂ ਹੱਸਦਾ ਮੇਰੇ ਤੇ, ਲੇਕਿਨ ਮੇਰਾ ਆਪਣਾ ਸ਼ੌਕ ਹੈ, ਮੈਂ ਸ਼ੌਕ ਪੂਰਾ ਕਰ ਰਿਹਾ। ਇਸੇ ਤੁਹਾਨੂੰ ਮੈਂ 3 ਚੀਜ਼ਾਂ ਦਿਖਾਈਆਂ ਹੈਗੀਆਂ। ਇੱਕ ਤੇ ਆਡੀਓ ਕੈਸੇਟ ਪਲੇਅਰ। ਚੰਡੋਕ ਸਾਹਿਬ ਦਾ ਕਹਿਣਾ ਕਿ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ, ਜਦੋਂ ਅਸੀਂ ਮਿਸਤਰੀ ਦੇ ਕੋਲ ਜਾਂਦੇ ਹਾਂ, ਜਿਹੜੇ ਇਹ ਚੀਜ਼ ਹੈਗੀ ਹੈ, ਇਹ ਵੁਡਨ ਤੇ ਜੋ ਵਰਕ ਹੋਇਆ ਹੈ, ਤੇ ਜੋ ਇਹ ਕੈਸਟ ਹੈਗੇ ਨੇ ਪੁਰਾਣੇ ਸਮੇਂ ਜਦੋਂ ਸਾਡੇ ਬਜ਼ੁਰਗਾਂ ਦੇ ਵਿਆਹ ਹੁੰਦੇ ਸੀ, ਜਾਂ ਅਸੀਂ 2000 ਸਾਲ ਦੀ ਗੱਲ ਕਰੀਏ ਜਦੋਂ ਅਜਿਹੇ ਰਿਕਾਰਡ, ਜਿਹਨੂੰ ਰਿਕਾਰਡ ਕਹਿੰਦੇ, ਵਾਜੇ ਕਹਿੰਦੇ ਹੁੰਦੇ ਸੀ, ਜਿਹੜੇ ਵਿਆਹ ਸ਼ਾਦੀਆਂ ਤੇ ਅਕਸਰ ਵੱਜਦੇ ਹੁੰਦੇ ਸੀ, ਤੇ ਲੋਕ ਇਹਨਾਂ ਤੋਂ ਜਿਹੜਾ ਸਕੂਨ ਮਿਲਦਾ ਹੁੰਦਾ ਸੀ ਸੁਣ ਕੇ। ਤੇ ਚੰਡੋਕ ਸਾਹਿਬ, ਜਿਹੜਾ ਇਹ ਅਸੀਂ ਸਭ ਤੋਂ ਪਹਿਲਾਂ ਜਿਹੜਾ ਇਸ ਨੂੰ ਪੰਜਾਬੀ 'ਚ ਵਾਜੇ, ਇਹਨੂੰ ਟਰਨ ਟੇਬਲ ਕਹਿੰਦੇ ਨੇ ਜਾਂ ਰਿਕਾਰਡ ਪਲੇਅਰ ਕਹਿ ਲਓ। ਤੇ ਪੁਰਾਣੇ ਟਾਈਮ ਤੇ ਜੋ ਤੁਹਾਨੂੰ ਪਤਾ ਹੋਣਾ ਹੈ, ਰਿਕਾਰਡ ਹੁੰਦੇ ਸੀਗੇ 33, 45 ਜਾਂ 78 RPM, ਰਾਊਂਡਸ ਪਰ ਮਿੰਟ। ਇਹ 3 ਤਰੀਕੇ ਦੇ ਰਿਕਾਰਡ ਹੁੰਦੇ ਸੀਗੇ, ਤੇ ਤੁਹਾਨੂੰ ਮੈਂ ਇੱਕ ਦਿਖਾਇਆ ਹੈਗਾ 45 ਚਲਦਿਆਂ ਦਿਖਾਤਾ ਹੈਗਾ। ਅਸੀਂ ਚਾਹਾਂਗੇ ਕਿ ਤੁਸੀਂ ਇਹਨਾਂ ਨੂੰ ਥੋੜਾ ਐਕਟੀਵੇਟ ਕਰਕੇ ਦਿਖਾਓ, ਕਿਉਂਕਿ ਦਰਸ਼ਕ ਦੇਖਣਾ ਚਾਹੁੰਦੇ ਨੇ ਅੱਜ ਦੇ ਸਮੇਂ ਇਹ ਚੀਜ਼ਾਂ। ਹਾਂਜੀ, ਯੂ ਆਰ ਵੈਲਕਮ। ਇਹ ਮੈਂ ਚਲਾਤਾ ਹੈ, ਤੁਹਾਨੂੰ ਆਵਾਜ਼ ਵੀ ਆ ਰਹੀ ਹੈ, ਤੁਸੀਂ ਦੇਖ ਵੀ ਰਹੇ ਹੈਗੇ। ਜੀ ਬਿਲਕੁਲ। ਇਹ ਚੀਜ਼ਾਂ ਜਿਹੜੀਆਂ ਤੁਸੀਂ ਲੋਕਾਂ ਦੇ ਅਸੀਂ ਦੇਖੀਆਂ ਨੇ ਸ਼ੋਰੂਮ, ਜਾਂ ਅਸੀਂ ਕਹਿ ਦਿੰਦੇ ਆ ਲੋਕਾਂ ਨੇ ਡਰਾਇੰਗ ਰੂਮ 'ਚ ਪਈਆਂ ਦੇਖਣ, ਪਰ ਉਹ ਐਕਟੀਵੇਟ ਬਹੁਤ ਘੱਟ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਤਾਂ ਅਸੀਂ ਅੱਗੇ ਗੱਲਬਾਤ ਵਧਾਵਾਂਗੇ, ਜੋ ਹੁਣ ਤੁਹਾਨੂੰ ਅਸੀਂ ਚੀਜ਼ ਦਿਖਾਵਾਂਗੇ, ਕੈਸਟ ਪਈਆਂ ਜਿਹੜੀਆਂ ਪੁਰਾਣੀਆਂ। ਜੀ, ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦਾ, VCR, ਰਾਈਟ, ਵੀਡੀਓ ਕੈਸੇਟ ਰਿਕਾਰਡਰ। ਹੁਣ ਇਹ ਵੀ ਆਊਟਡੇਟਡ ਜ਼ਰੂਰ ਹੈਗਾ, ਇਹ ਅੱਜ ਕੱਲ੍ਹ ਫੈਸ਼ਨ ਵਿੱਚ ਨਹੀਂ ਹੈਗਾ, ਲੇਕਿਨ ਮੈਂ ਸ਼ੌਕ ਦੇ ਤੌਰ ਤੇ ਇੱਕ ਮੇਰੀ ਪ੍ਰਾਈਡ ਪੋਜੀਸ਼ਨ ਹੈਗੀ, ਰਾਈਟ, ਇਹਨੂੰ ਮੇਨਟੇਨ ਕੀਤੇ ਹੈ, ਚੱਲ ਰਿਹਾ ਹੈਗਾ। ਇਹ ਤੁਸੀਂ ਦੇਖ ਲਓ, ਟੀਵੀ ਪੁਰਾਣਾ ਮਾਡਲ ਜ਼ਰੂਰ ਹੈਗਾ, ਲੇਕਿਨ ਇਹ ਟੀਵੀ ਇਹਦੇ ਨਾਲ ਮੈਚ ਕਰਦਾ ਹੈ ਕਿ ਪੁਰਾਣੀ ਚੀਜ਼ ਦੇ ਨਾਲ। ਇਸ ਤਰ੍ਹਾਂ ਮੇਰੇ ਕੋਲ ਬਹੁਤ ਵੀਡੀਓ ਕੈਸੇਟ ਹੈਗੇ, ਇਹ ਵੀਡੀਓ ਕੈਸੇਟਸ ਦੇ ਹੈਗੇ, ਇਹ ਮੇਰੀ ਕਾਫੀ ਕਲੈਕਸ਼ਨ ਹੈਗੀ। ਤੇ
ਇਹ ਤੁਸੀਂ ਚਲਦਿਆਂ ਮਾਡਲ ਦੇਖ ਸਕਦੇ ਹੋ। ਵੀ ਚੰਡੋਲ ਸਾਹਿਬ ਅਸੀਂ ਦੇਖਿਆ ਜੀ, ਜੇਕਰ ਇਹ ਚੀਜ਼ਾਂ ਲੋਕਾਂ ਦੇ ਘਰੇ ਪਈਆਂ ਨੇ ਪਰ ਐਕਟੀਵੇਟ ਬਹੁਤ ਘੱਟ ਹੁੰਦੀਆਂ ਨੇ, ਇਹਨਾਂ ਨੂੰ ਸੰਭਾਲ ਕਿੰਨੀ ਕਰਨੀ ਪੈਂਦੀ ਹੈ? ਸੰਭਾਲ ਕਰਨਾ ਔਰ ਇਹਨੂੰ ਵੀਕਲੀ ਮੰਥਲੀ ਮੇਨਟੇਨ ਕਰਨਾ ਇੱਕ ਆਪਣੇ ਆਪ ਵਿੱਚ ਸ਼ੌਕ ਹੈਗਾ, ਐਂਡ ਆਈ ਗੈਟ ਪਲੇਜ਼ਰ ਇਨ ਡੂਇੰਗ ਦੈਟ। ਬਿਲਕੁਲ, ਅਸੀਂ ਇਸ ਤੋਂ ਬਾਅਦ ਉਹ ਚੀਜ਼ਾਂ ਬਾਰੇ ਜਾਣਾਂਗੇ ਜਿਹੜੀਆਂ ਚੀਜ਼ਾਂ ਨੂੰ ਦੇਖ ਕੇ ਅਸੀਂ ਵੀ ਖੁਦ ਪੂਰੇ ਸ਼ੌਕ ਵਿੱਚ ਆਏ ਕਿ ਜਿਹੜੀ ਇਹ ਚੀਜ਼ ਹੈਗੀ ਹੈ ਵੁਡਨ ਦੀ ਬਣੀ ਹੋਈ ਹੈ। ਇਸ ਨੂੰ ਅਸੀਂ ਕਰਨਲ ਸਾਹਿਬ ਤੋਂ ਜਾਣਾਂਗੇ ਕਿ ਇਹ ਕਿਸ ਦੀ ਬਣੀ ਹੋਈ ਚੀਜ਼ ਹੈ, ਕਿਹੜੀ ਲੱਕੜ ਹੈਗੀ ਹੈ, ਕਿੱਥੋਂ ਇਹ ਮਿਲੀ ਸੀ। ਬਿਲਕੁਲ ਇਹ ਸਰ ਕੀ ਹੈਗਾ ਇਹ ਹੁਣ ਜੋ ਤੁਸੀਂ ਦੇਖ ਰਹੇ ਹੋ, ਮੈਂ ਕਈ ਸੋਰਸਸ ਹੈਗੇ, ਇਮੈਜੀਨੇਸ਼ਨ ਦੀ ਗੱਲ ਹੈਗੀ। ਜੇਕਰ ਕਈਆਂ ਨੇ ਮੈਨੂੰ ਕਿਹਾ ਕਿ ਆਈ ਹੈਵ ਥਰਡ ਆਈ ਟੂ ਸਪੌਟ ਸੱਚ ਵੁੱਡਸ, ਨੋ ਇਟ ਕੈਨ ਬੀ ਇਨ ਮੈਨੀ ਫਾਰਮਸ। ਇੱਕ ਹੋ ਸਕਦਾ ਹੈ ਕਿ ਦਰਿਆ ਦੇ ਨਾਲ, ਤੁਹਾਨੂੰ ਪਤਾ ਹੈ ਲੱਕੜ ਜਿਹੜੀ ਬਹਿ ਰਹੀ ਹੁੰਦੀ ਹੈ ਉਸ ਉੱਤੇ ਪਾਣੀ ਪੈ ਕੇ ਉਹ ਕਈ ਡਿਫਰੈਂਟ ਸ਼ੇਪਸ ਲੈ ਲੈਂਦੀ ਹੈ, ਤੇ ਜਿਤਨੀ ਜ਼ਿਆਦਾ ਇੰਟਰੀਕ ਹੁੰਦੀ ਹੈ ਉਤਨਾ ਮੇਰੇ ਸੇ ਇੰਟਰਸਟਿੰਗ ਪੀਸ ਬਣ ਜਾਂਦਾ ਹੈ, ਰਾਈਟ। ਇੱਕ ਇਹ ਹੋ ਗਿਆ ਸੋਰਸ। ਦੂਸਰਾ, ਮੈਂ ਵੇਸਟ ਮਟੀਰੀਅਲ ਜਿਹੜਾ ਹੈਗਾ ਲੱਕੜੀ ਦਾ ਉਹ ਵੀ ਯੂਜ਼ ਕੀਤੇ ਹੈ। ਇੱਥੇ ਮੈਂ ਅੰਗੂਰ ਦੀ ਵੇਲ ਜਿਹੜੀ ਹੈ ਉਹ ਬਿਲਕੁਲ ਵੇਸਟ ਸੀਗੀ। ਅਸੀਂ ਇਹਦੇ ਬਾਰੇ ਜਾਣਾਂਗੇ। ਅੱਛਾ, ਇਸ ਦੇ ਬਾਰੇ ਹੁਣ ਇਹ ਪੀਸ ਜਿਹੜਾ ਹੈਗਾ ਇਹਨੂੰ ਐਲੀਅਨ ਕਹਿ ਸਕਦੇ ਹਾਂ। ਬਾਕੀ ਤੁਹਾਡੀ ਇਮੈਜੀਨੇਸ਼ਨ, ਤੁਹਾਡੀ ਪਰਸੈਪਸ਼ਨ ਹੈਗੀ, ਮੈਂ ਤੁਹਾਡੀ ਸੋਚ ਨੂੰ ਪਾਬੰਦੀ ਨਹੀਂ ਲਗਾਵਾਂਗਾ। ਤੁਸੀਂ ਕੁਝ ਹੋਰ ਸੋਚ ਸਕਦੇ ਹੋ, ਉਹ ਵੀ ਠੀਕ ਹੈ, ਜੋ ਮੈਂ ਕਹਿੰਦਾ ਉਹ ਵੀ ਠੀਕ ਹੈ। ਇਹਨੂੰ ਪੂਰਾ ਤੁਸੀਂ ਇੱਕ ਪੈਰਾਂ ਤੇ ਖੜਾ ਕੀਤਾ ਹੈ, ਅੱਖਾਂ, ਇੱਕ ਮੂੰਹ, ਨੱਕ, ਸਾਰੀ ਸ਼ੇਪ ਦਿੱਤੀ ਹੈ। ਇਹ ਵੀ ਇੱਕ ਇਮੇਜਿਨ ਕੀਤਾ, ਲੱਕੜ ਦੇ ਤਰਾਸ਼ਿਆ ਗਿਆ। ਹਾਂਜੀ, ਇਹ ਸੂਟੇਬਲ ਪੀਸ ਦੇਖ ਕੇ ਉਸ ਨੂੰ ਫਿਰ ਮੈਂ ਦੇਖਦਾ ਘੁਮਾ ਫਿਰਾ ਕੇ ਕਿਹੜੇ ਐਂਗਲ ਤੋਂ ਮੈਂ ਉਸ ਨੂੰ ਇੱਕ ਕਲਾਕ੍ਰਿਤੀ ਬਣਾ ਸਕਦਾ। ਸੋ ਇਟ ਇਜ਼ ਅ ਬਿਗ ਐਕਸਰਸਾਈਜ਼ ਵਿਚ ਨੀਡਸ ਲੋਟ ਆਫ ਪੇਸ਼ੈਂਸ, ਐਂਡ ਦੈਨ ਆਈਵ ਡਨ ਇਟ। ਸੋ ਦਿਸ ਇਜ਼ ਲਾਈਕ ਐਨ ਐਲੀਅਨ, ਦੂਜੇ ਗ੍ਰਹਿ ਤੋਂ ਜੋ ਆਇਆ ਹੈਗਾ। ਇਸ ਦੇ ਪਿੱਛੇ ਤੁਸੀਂ ਦੇਖ ਲਓ ਜੋ ਵੱਡਾ ਪੀਸ ਹੈਗਾ, ਦਿਸ ਇਜ਼ ਮਾਈ ਬਿਗੇਸਟ ਪੀਸ, ਮੋਰ ਦੈਨ 2 meters long, right? So I call it ਡਾਇਨਾਸੌਰ, ਬਟ ਯੂ ਕੈਨ ਕਾਲ ਇਟ ਐਨੀਥਿੰਗ। ਇਹਨੂੰ ਤੁਸੀਂ ਡਰੈਗਨ ਕਹਿ ਸਕਦੇ ਹੋ, ਤੁਸੀਂ ਘੋੜਾ ਕਹਿ ਸਕਦੇ ਹੋ, ਮੈਂ ਡਾਇਨਾਸੌਰ ਕਹਿਣਾ। ਬਾਕੀ ਤੁਹਾਡੀ ਆਪਣੀ ਪਰਸੈਪਸ਼ਨ ਹੈ, ਜਿਸ ਤਰ੍ਹਾਂ ਸੋਚੋ ਸਹੀ ਠੀਕ ਹੈਗਾ। ਇਹਦੇ ਪਿੱਛੇ 2 ਟੰਗਾਂ ਦੇਖੋ ਦਿਖ ਰਹੀਆਂ, ਟੇਲ ਦਿਖ ਰਹੀ ਹੈ, ਅਗਲੀਆਂ ਟੰਗਾਂ ਹੈਗੀਆਂ ਡਾਇਨਾਸੌਰ ਦੀਆਂ, ਐਂਡ ਥੀਸ ਆਰ ਦ ਜੌਜ਼ ਆਫ ਡਾਇਨਾਸੌਰ, ਰਾਈਟ। ਸੋ ਸਿਮਿਲਰਲੀ ਦੇਰ ਇਜ਼ ਅ ਸਟੈਗ ਹੇਅਰ, ਹਿਰਨ। ਇੱਕ ਸਰ ਵੱਡੀ ਸਭ ਤੋਂ ਗੱਲ ਇਹ, ਕਿਉਂਕਿ ਇਸ ਦਾ weight ਵੀ ਲਗਭਗ ਹੋਏਗਾ 20 ਤੋਂ 30 ਕਿਲੋ ਦੇ ਕਰੀਬ ਹੋਏਗਾ, ਘੱਟ ਤੋਂ ਘੱਟ, ਤੇ ਸੋਲਿਡ ਲੱਕੜ ਹੈ। ਇਹਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਅੱਜ ਕੱਲ ਇੱਕ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਦੀ ਜਾਨ ਹੈਗੀ ਉਹਨਾਂ ਨੂੰ ਖੜਾ ਕਰਨਾ ਔਖਾ ਨਹੀਂ, ਤਾਂ ਬੇਜ਼ੁਬਾਨ ਨੂੰ ਖੜਾ ਕਰਨਾ ਕਿੰਨਾ ਔਖਾ ਹੈ। ਉਹਨਾਂ ਨੂੰ ਬੈਲੈਂਸ ਕਰਨਾ 4 ਟੰਗਾਂ ਤੇ, ਦੈਟਸ ਆਲਸੋ ਐਨ ਐਕਸਰਸਾਈਜ਼ ਬਾਈ ਇਟਸੈਲਫ ਵਿਚ ਆਈ ਹੈਵ ਡਨ। ਯੂ ਆਰ ਰਾਈਟ, ਠੀਕ ਗੱਲ ਹੈ ਤੁਹਾਡੀ। ਬੈਲੈਂਸ ਕਰਨ ਲੱਗਾ ਕਈ ਵਾਰੀ ਇਹ ਹੁੰਦਾ ਕਿ ਵਾਰ-ਵਾਰ ਚੀਜ਼ ਥੱਲੇ ਡਿੱਗਦੀ ਹੈ, ਤੁਸੀਂ ਵੀ ਬੋਰ ਹੁੰਦੇ ਹੋਗੇ, ਕਈ ਵਾਰੀ ਗੁੱਸਾ ਦਾ ਬੰਦਾ ਚਲਾ ਕੇ ਵੀ ਮਾਰਦਾ। ਬਿਲਕੁਲ ਪੇਸ਼ੈਂਸ ਚਾਹੀਦੀ ਹੈ ਕਿਸੇ ਕਲਾ ਕਰਨ। ਦੇਖੋ ਕਲਾ ਦੀ ਕੋਈ ਲਿਮਿਟ ਨਹੀਂ ਹੈਗੀ, ਬੰਦਾ ਕਿਸੇ ਦੀ, ਤੁਸੀਂ ਰੂਈ ਨਾਲ ਕਰ ਲਓ, ਧਾਗੇ ਨਾਲ ਕਰ ਲਓ, ਕਿਸੇ ਨਾਲ ਕਲਾ ਕਰ ਸਕਦੇ ਹੋ। ਪੇਂਟਿੰਗ, ਆਇਲ ਪੇਂਟਿੰਗ ਹੋ ਸਕਦੀ ਹੈ। ਹੁਣ ਕਈ ਤਰੀਕੇ ਦੀ ਕਲਾ ਹੈਗੀਆਂ, ਤੇ ਕੋਈ ਲਿਮਿਟੇਸ਼ਨ ਨਹੀਂ ਹੈਗੀ। ਇਹ ਤੁਹਾਡੀ ਸੋਚ ਹੈਗੀ, ਤੁਹਾਡੀ ਡਿਟਰਮੀਨੇਸ਼ਨ ਹੈਗੀ, ਐਂਡ ਯੂ ਕੈਨ ਡੂ ਇਟ। ਐਨੀਬਡੀ ਕੈਨ ਡੂ ਇਟ, ਐਵਰੀਬਡੀ ਕੈਨ ਡੂ ਇਟ, ਐਂਡ ਆਈ ਹੈਵ ਡਨ ਦਿਸ ਇਨ ਵੁੱਡ ਵਰਕ, ਇਨ ਡ੍ਰਿਫਟਵੁੱਡ ਆਰਟ ਵਰਕ। ਇੱਕ ਇੱਥੋਂ ਸ਼ੁਰੂ ਕਰਾਂਗੇ ਸਰ, ਇਹ ਕੀ ਮਤਲਬ ਜਿਹੜਾ ਪੀਕੌਕ ਤੁਸੀਂ ਸਮਝ ਸਕਦੇ ਹੋ, right? It looks like a peacock. Then right is a duck. बतख, okay, बतख हैगी। फिर अगे वो एक और हैगा अपना पीकॉक। फिर these are 2 human faces। ਹੁਣ ਲੈਫਟ ਵਾਲਾ ਜਿਹੜਾ ਹੈਗਾ ਮੈਂ ਇੱਕ ਬੱਚੇ ਦਾ ਫੇਸ ਦਿਖਾਇਆ ਹੈਗਾ, ਰਾਈਟ ਵਾਲਾ ਜਿਹੜਾ ਹੈਗਾ ਉਹ ਇੱਕ ਗਰੋਨ ਅਪ ਦਾ ਹੈਗਾ, ਤੇ ਤੁਸੀਂ ਬਜ਼ੁਰਗ ਦਾ ਤੁਸੀਂ ਪੜ੍ਹਿਆ ਹੋਣਾ ਹੈ। ਵਿਲੀਅਮ ਵਰਡਸਵਰਥ ਨੇ ਕਿਹਾ ਹੈ ਕਿ ਚਾਈਲਡ ਇਜ਼ ਫਾਦਰ ਆਫ ਦਾ ਮੈਨ। So I have tried to show that this child is father of this man. This is an old Wordsworth saying. Likewise, this is a crow. एक crow हैगा जी। अच्छा, उसके पीछे एक एब्स्ट्रैक्ट हैगा जी। कई चीज़ें एब्स्ट्रैक्ट होंदियां, ਉਹ ਤੁਸੀਂ ਆਪਣੀ ਸੋਚ ਲਗਾਓ, ਮੈਂ ਆਪਣੀ ਸੋਚ ਲਗਾਉਂ, ਸਭ ਠੀਕ ਹੈਗੀਆਂ। ਉਹ ਪੈਨਗੁਇਨ ਹੈਗਾ, ਪੈਨਗੁਇਨ ਹੈ, ਇਹ ਬਿਲਕੁਲ ਪਤਾ ਚੱਲ ਰਿਹਾ ਹੈ ਜਿਵੇਂ ਉਹਦਾ ਉਹ ਪੀਕੌਕ ਇੱਕ ਹੋਰ ਸ਼ੇਪ ਹੈਗਾ। ਉਹ ਇੱਕ ਹਿਊਮਨ ਫਿਗਰ ਹੈਗਾ, ਹਿਊਮਨ ਬੋਡੀ ਦੀ, ਰਾਈਟ। ਉੱਤੇ ਸਿਰ ਹੈਗਾ, ਬੋਡੀ ਹੈਗੀ, ਥੱਲੇ ਟੰਗਾਂ ਹੈਗੀਆਂ, ਥੱਲੇ ਸਾਈਡ ਤੇ ਦੋਨੋਂ ਬਾਜ਼ੂ ਹੈਗੇ। ਦਿਸ ਅ ਸਮਾਲ ਪੀਸ ਹੇਅਰ। ਕਰਨਲ ਸਾਹਿਬ, ਜਦੋਂ ਇਹ ਕਈ ਵਾਰੀ ਉਹੀ ਗੱਲ ਹਾਸੋਹੀਣੀ ਦੀ ਗੱਲਾਂ ਅਸੀਂ ਕਰ ਰਹੇ ਹਾਂ ਵੀ ਕਈ ਵਾਰ ਇੱਥੇ ਕੋਈ ਆਉਂਦਾ ਹੋਏ ਕਹਿੰਦੇ ਹੋਣਗੇ ਤੁਸੀਂ ਤਾਂ ਸਾਰੀ ਰਾਤ ਹੀ ਜੇ ਸੋਚਦੇ ਹੋ ਵੀ ਇੱਥੇ ਤੁਰਦੇ ਹੋਗੇ, ਕੋਈ ਲੱਕੜ ਦਿਖਦੀ ਹੋਗੀ ਉਹਨੂੰ ਚੱਕ ਕੇ ਨਾਲ ਲੈ ਲੈਂਦੇ ਹੋਗੇ। ਮੇਰੇ ਘਰ ਨੂੰ ਕਈ ਕਹਿੰਦੇ ਨੇ ਮਿਨੀ ਮਿਊਜ਼ੀਅਮ ਹੈ, ਐਂਡ ਆਈ ਫੀਲ ਆਨਰਡ ਐਂਡ ਹੰਬਲਡ। ਵਾਈ ਨਾਟ? ਯੈਸ, ਇਟ ਇਜ਼ ਅ ਮਿਊਜ਼ੀਅਮ। ਤੇ ਤੁਸੀਂ ਸ਼ੁਰੂਆਤ ਕਿੱਧਰੋਂ ਵੀ ਕਰਨੀ ਹੈ, ਮੈਂ ਸ਼ੁਰੂਆਤ ਕੀਤੀ ਹੋਈ ਹੈਗੀ। ਹਾਂਜੀ, ਇਹ ਤੁਸੀਂ ਦੇਖੋ ਨਾ, ਸਟੈਗ, ਹਿਰਨ ਨੂੰ ਕਹਿੰਦੇ ਹੁੰਦੇ ਹੋ ਜੇ ਸਿੰਘ ਹੈਗੇ, 12 ਸਿੰਘਾਂ ਜਿਹਨੂੰ ਕਹਿੰਦੇ, 12 ਸਿੰਘ ਵਾਲੇ ਹੈਗੇ, ਸਟੈਗ ਕਹਿੰਦੇ ਨੇ, ਤੁਹਾਨੂੰ ਪਤਾ ਹੈ। ਹਿਰਨ ਹੈਗਾ ਇੱਕ,
ਸੋ ਦਿਸ ਅਨਦਰ ਪੀਸ, ਉਹ ਤੁਸੀਂ ਠੀਕ ਕਿਹਾ ਜਿਕਣ ਇੱਥੇ ਮੈਂ ਇਹਨੂੰ ਜੇਕਰ ਅੱਖਾਂ ਬਣਾਉਣ ਦੀ ਕੋਸ਼ਿਸ਼ ਕੀਤੀ। ਜੇ ਕਰਨਲ ਸਾਹਿਬ, ਜੇਕਰ ਇਹਨਾਂ ਦੀ ਅੱਜ ਅਸੀਂ ਮਾਰਕੀਟ 'ਚ ਇਹਨੂੰ ਐਂਟੀਕ ਚੀਜ਼ਾਂ ਵੀ ਕਹਿ ਸਕਦੇ ਹਾਂ, ਇਹਨਾਂ ਚੀਜ਼ਾਂ ਨੂੰ ਅਸੀਂ ਖਰੀਦਣਾ ਹੋਏ ਤਾਂ ਇਹਨਾਂ ਦਾ ਰੇਟ ਵੀ ਬਹੁਤ ਜ਼ਿਆਦਾ ਹੋ ਸਕਦਾ ਮਾਰਕੀਟ 'ਚ। ਦੇਖੋ ਜੀ, ਕਲਾ ਦੀ ਕੋਈ ਕੀਮਤ ਨਹੀਂ ਹੈਗੀ। ਜੇ ਚੀਜ਼ ਪਸੰਦ ਆ ਜਾਏ ਤਾਂ ਉਹਦੀ ਕੋਈ ਵੈਲਿਊ ਨਹੀਂ ਹੈਗੀ। ਦੇਰ ਨੋ ਵੈਲਿਊ। ਮੈਂ ਯੂ ਇਟਸ ਇਮੇਜਿਨ, ਤੁਸੀਂ ਆਪਣਾ ਸੋਚ ਲਗਾ ਸਕਦੇ ਹੋ। ਬਿਲਕੁਲ। ਹੁਣ ਅਸੀਂ ਇਹ ਜਾਣਾਂਗੇ ਕਰਨਲ ਸਾਹਿਬ, ਜਿਹੜੀ ਇਹ ਹੈਗੀ ਸ਼ੇਪ ਹੈਗੀ ਹੈ, ਕਿਉਂਕਿ ਸ਼ੇਪ ਤੋਂ ਦੇਖ ਕੇ ਵੀ ਇਹ ਲੱਗ ਰਿਹਾ ਕਿ ਜਿਵੇਂ ਇਹ ਜੇਕਰ ਖੇਤ ਵਿੱਚ ਤੁਸੀਂ ਡਰਾਉਣਾ ਕਹਿੰਦੇ ਹੋ, ਅੰਗਰੇਜ਼ੀ ਸਕੇਅਰ ਕਰੋ ਕਹਿੰਦੇ ਨੇ। ਸੋ ਆਈ ਮੇਡ ਅ ਸਕੇਅਰ ਕਰੋ। ਉਹਨੂੰ ਫਿਰ ਮੈਂ ਥੱਲੇ ਲੱਕੜੀ ਦਾ ਬੇਸ ਦੇ ਕੇ ਉਹਨੂੰ ਸਟੇਬਲ ਕੀਤਾ ਖੜਾ ਕਰਨ ਨੂੰ। ਅੱਛਾ, ਜਿਵੇਂ ਫਸਲਾਂ ਨੂੰ ਬਚਾਉਣ ਵਾਸਤੇ ਕਿਸਾਨ ਜਿਵੇਂ ਮੱਕੀ ਦੀ ਫਸਲ ਤੇ ਡਰਾਉਣਾ ਲਾ ਦਿੰਦੇ ਨੇ, ਚਿੜੀਆਂ ਪਕਸ਼ੀ ਨਹੀਂ ਆਉਂਦੇ। ਪਕਸ਼ ਨਹੀਂ ਆਉਂਦੇ। ਸੋ ਇਟ ਇਜ਼ ਵਨ ਆਫ ਦੋਸ। ਤੁਸੀਂ ਤਾਂ ਫਿਰ ਕਿਸਾਨਾਂ ਨੂੰ ਵੀ ਪੂਰਾ ਯਾਦ ਸ਼ਾਇਦ ਰੱਖਿਆ ਹੋਏਗਾ ਵੀ ਕਿਸਾਨ ਨਾਲ ਹੀ ਤੁਸੀਂ ਦੇਖ ਲਓ, ਇੱਕ ਹੁਣ ਇਹ ਜੇ ਹੈਗਾ ਅਗੇਨ ਇਮੈਜੀਨੇਸ਼ਨ, ਇਟ ਇਜ਼ ਅ ਡਾਂਸਿੰਗ ਲੇਡੀ। ਦੇਖੋ ਜੇ ਥੱਲੇ ਟੰਗਾ ਹੈ, ਬੈਠੀ ਹੈਗੀ, ਉਹ ਘੁੱਟਨੇ ਤੇ ਹੈਗੀ, ਐਂ ਦੋਨੋਂ ਬਾਹਾਂ ਉੱਤੇ ਹੈਗੀਆਂ। ਸੋ ਇਟ ਇਜ਼ ਅ ਡਾਂਸਿੰਗ ਲੇਡੀ। ਕੀ ਬਾਤ ਹੈ, ਕੀ ਬਾਤ ਹੈ। ਦੇਖੋ, ਲੱਕੜ ਦੇ ਵਿੱਚ ਇੱਕ ਜਾਨ ਨਹੀਂ ਹੈਗੀ, ਕਹਿੰਦੇ ਕਿ ਬੇਜ਼ੁਬਾਨ ਹੈਗਾ, ਪਰ ਇਹ ਜ਼ੁਬਾਨ ਤੋਂ ਬੋਲ ਰਿਹਾ। ਜੋ ਇਸ ਨੂੰ ਪਰਖ ਸਕਦਾ ਉਹ ਇਸ ਨੂੰ ਅੱਖਾਂ ਨਜ਼ਰਾਂ ਦੇ ਨਾਲ ਪਰਖ ਜਾਏਗਾ ਕਿ ਇਹ ਕੀ ਚੀਜ਼ ਹੈਗੀ ਹੈ। ਸਹੀ ਕਹਿ ਰਹੇ ਹੋ। ਇੱਕ ਕ੍ਰਿਟਿਕ ਨੇ ਕਿਹਾ ਹੈ ਕਿ ਮੈਂ ਲੱਕੜੀ ਜਿਹੜੀ ਖਤਮ ਹੈ, ਉਸੇ ਜਾਨ ਨਹੀਂ, ਉਸੇ ਮੈਂ ਜਾਨ ਪਾ ਦੇਣਾ। ਸੋ ਇਨਡਾਇਰੈਕਟਲੀ ਮੈਂ ਇਹਨਾਂ 'ਚ ਜਾਨ ਪਾ ਕੇ ਤੁਹਾਡੇ ਦੇਖਣ ਲਾਇਕ ਬਣਾਈ ਹੈ। ਇਸ ਤਰ੍ਹਾਂ ਇੱਧਰ ਦੇਖੋ ਜਿਕਣ ਨਾ ਮੇਰੀ ਕਲਾ ਨੂੰ ਕਈਆਂ ਨੇ ਕਿਹਾ ਬਿਊਟੀ ਵੀ ਹੈ ਤੇ ਯੂਟਿਲਿਟੀ ਵੀ ਹੈਗੀ। ਕਿਉਂ? ਬਿਊਟੀ ਤੁਹਾਨੂੰ ਦੇਖਣ ਨੂੰ ਐਸਥੈਟਿਕ ਵੈਲਿਊ ਹੈਗੀ, ਇਹਦੀ ਆਪਣੀ ਸ਼ੋਭਾ ਹੈਗੀ। ਅੱਛਾ, ਦੈਨ ਇਟ ਇਜ਼ ਯੂਟਿਲਿਟੀ। ਹੁਣ ਲੈਂਪ ਜਗ ਮੇਰੇ ਡਰਾਇੰਗ ਰੂਮ ਕਿਤੇ ਪਿਆ ਹੋਏ, ਸੋ ਇਟ ਇਜ਼ ਅ ਆਈਟਮ ਆਫ ਯੂਟਿਲਿਟੀ। ਤੇ ਕਿਸੇ ਨੇ ਇੱਕ ਵਰਡ ਮੇਰੇ ਸੇ ਯੂਜ਼ ਕੀਤਾ ਹੈ, ਦੀਜ਼ ਆਰ ਆਈਟਮਸ ਆਫ ਬਿਊਟਿਲਿਟੀ। ਬਿਊਟੀ और यूटिलिटी ने जोड़ देता है। सो लाइक यू सी these three lamps are there which are aesthetic value, decoration value and also utility के लैम्प बनाया है। ਇੱਕ ਸਰ, ਜਿਹੜੀ ਇਹ ਫੋਟੋਗ੍ਰਾਫੀ ਹੈਗੀ, ਆਰਟ ਕੀਤਾ ਹੋਇਆ, ਇਹ ਵੀ ਤੁਸੀਂ ਹੱਥੀਂ ਕੀਤਾ ਹੋਇਆ? ਇਹ ਇਸ ਤਰ੍ਹਾਂ ਹੈਗਾ, ਮੈਂ ਬਚਪਨ ਤੋਂ ਮੈਨੂੰ ਪੈਨਸਿਲ ਵਰਕ ਕਰਨ ਦਾ ਬੜਾ ਸ਼ੌਕ ਸੀਗਾ। ਕਿਹੜੀ ਫੋਟੋਆਂ ਬਾਰੇ ਦੱਸਿਓ। ਇਹ ਮੈਂ ਦੱਸਾਂਗਾ। ਇਸ ਮਤਲਬ ਮੈਂ ਫੌਜ ਜੁਆਇਨ ਕਰਨ ਤੋਂ ਪਹਿਲਾਂ ਇਹ ਸਭ ਤਬ ਦੀਆਂ ਹੈਗੀਆਂ। ਉਸ ਤੋਂ ਬਾਅਦ ਫੌਜ ਜਾਣ ਦੇ ਬਾਅਦ ਤੁਹਾਨੂੰ ਪਤਾ ਹੈ ਇਹ ਜੀ ਕਲਾ 'ਚ ਟਾਈਮ ਘੱਟ ਮਿਲਦਾ, ਬੰਦਾ ਡਿਊਟੀ 'ਚ ਬਿਜ਼ੀ ਹੁੰਦਾ ਹੈ। ਸੋ ਯੂ ਸੀ ਔਨ ਦਾ ਲੈਫਟ ਇਜ਼ ਕ੍ਰਿਸ਼ਨਾ ਮੈਨਨ ਦੀ ਮੈਂ ਬਣਾਈ ਸੀ ਸਕੈਚ। ਇਹ ਬੜੇ ਪੁਰਾਣੇ ਟਾਈਮ ਆਪਣੇ ਜਿਹੜੇ ਪਹਿਲੇ ਪ੍ਰਾਈਮ ਮਿਨਿਸਟਰ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਦੇ ਟਾਈਮ ਡਿਫੈਂਸ ਮਿਨਿਸਟਰ ਸੀਗੇ। ਤੁਸੀਂ 1962 ਦੀ ਵਾਰ ਦਾ ਅਗਰ ਪੜ੍ਹੋਗੇ ਤਾਂ ਉੱਥੇ ਉਹਨਾਂ ਦਾ ਜ਼ਿਕਰ ਆਉਂਦਾ ਹੈ ਕ੍ਰਿਸ਼ਨਾ ਮੈਨਨ ਦਾ। ਰਾਈਟ, ਦਿਸ ਇਜ਼ ਅ ਕਾਰਟੂਨ। ਦੈਨ ਦਿਸ ਵਨ ਇਜ਼ ਹੈ, ਤੁਸੀਂ ਹੁਣ ਦੇਖੋ ਇੱਕ ਲੇਡੀ ਇੱਕ ਦੁਆ ਮੰਗ ਰਹੀ ਹੈ, ਸ਼ੀ ਇਜ਼ ਪ੍ਰੇਇੰਗ। ਸੋ ਮੈਂ ਉਹ ਡਿਪਿਕਟ ਕੀਤਾ ਇਨ ਪੈਨਸਿਲ ਸਕੈਚਿੰਗ। ਨੈਕਸਟ ਤੁਹਾਡਾ ਸਭ ਜਾਣਦੇ ਅਸੀਂ, ਸਾਡੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਜਵਾਹਰ ਲਾਲ ਨਹਿਰੂ, ਸਭ ਅੱਛੀ ਤਰ੍ਹਾਂ ਜਾਣਦੇ। ਨੈਕਸਟ ਸੁਭਾਸ਼ ਚੰਦਰ ਬੋਸ, ਨੇਤਾ ਜੀ ਨੂੰ ਕਹਿੰਦੀਆਂ ਸੀ। ਰਾਈਟ, ਇੱਕ ਨੈਕਸਟ ਵਾਟਰ ਕਲਰ ਹੈਗਾ। ਲਾਸਟ ਤੁਹਾਨੂੰ ਪਤਾ ਸਾਡੇ ਪੁਰਾਣੇ ਬੜੇ ਫੇਮਸ ਔਰ ਬੜੇ ਇੱਕ ਸਟੇਟਸਮੈਨ ਪ੍ਰਾਈਮ ਮਿਨਿਸਟਰ ਸੀਗੇ ਅਟਲ ਬਿਹਾਰੀ ਵਾਜਪਾਈ। ਉਹਨਾਂ ਨੂੰ ਮੈਂ ਸਟੇਟਸਮੈਨ ਜ਼ਰੂਰ ਕਹਾਂਗਾ, ਪੋਲੀਟੀਸ਼ੀਅਨ ਸੀਗੇ ਮੋਰ ਬਾਈ ਡਿਫਾਲਟ, ਬਟ ਉਹਨਾਂ ਦਾ ਰੀਅਲ ਜੋ ਟੈਲੈਂਟ ਹੈਗਾ ਤੁਸੀਂ ਦੇਖਿਆ ਸੁਣਿਆ ਹੈਗਾ, ਉਦੋਂ ਤੇ ਜ਼ਿਆਦਾ ਕਹਿਣ ਦੀ ਲੋੜ ਨਹੀਂ ਮੈਨੂੰ। ਕੁਝ ਲੋਕ ਜਦੋਂ ਦੁਨੀਆ ਤੋਂ ਜਾਂਦੇ ਨੇ ਆਪਣੀ ਛਾਪ ਛੱਡ ਕੇ ਚਲੇ ਜਾਂਦੇ, ਇਹ ਉਹ ਸ਼ਖਸ ਹੈਗੇ ਜਿਹੜੇ ਜਦ ਦੁਨੀਆ ਤੋਂ ਗਏ ਆਪਣੀ ਉਹ ਛਾਪ ਛੱਡੀ ਨਾ, ਹਮੇਸ਼ਾ ਯਾਦ ਕੀਤਾ ਜਾਂਦਾ। ਉਹਨੂੰ ਤਾਂ ਯਾਦ ਕੀਤਾ ਜਾਂਦਾ, ਤੁਹਾਨੂੰ ਪਤਾ ਹੈਗਾ ਕਿ ਆਪਣੀ ਪਾਰਟੀ ਤੇ ਸਰ ਕਰਦੇ ਨੇ, ਲੇਕਿਨ ਉਹਨਾਂ ਨੇ ਓਪੋਜੀਸ਼ਨ ਵਾਲਿਆਂ ਨੂੰ ਵੀ ਇਤਨੀ ਇੰਪੋਰਟੈਂਸ ਦਿੱਤੀ, ਇਤਨੀ ਦਿੱਤੀ ਸੀ ਕਿ ਉਹਦਾ ਕੋਈ ਜਵਾਬ ਨਹੀਂ ਹੈਗਾ, ਕੋਈ ਜਵਾਬ ਨਹੀਂ ਹੈਗਾ। ਇਸ ਤੋਂ ਬਾਅਦ ਅਸੀਂ ਹੁਣ ਜੋ ਹੋਰ ਇੱਥੇ ਚੀਜ਼ਾਂ ਆਪਣੇ ਕਰਨਲ ਸਾਹਿਬ ਨੂੰ ਰੱਖੀਆਂ ਹੋਈਆਂ ਨੇ ਉਹਨਾਂ ਬਾਰੇ ਜਾਣਾਂਗੇ। ਇਹ ਸਰ ਮੰਜੀ ਜਿਹੜਾ ਉੱਤੇ ਰੱਖ ਰੱਖਿਆ ਹੈ, ਇਹਨਾਂ ਬਾਰੇ ਦੱਸੋ। ਹਾਂਜੀ, ਇੱਥੇ ਮੈਂ ਟੇਬਲ ਦੇ ਉੱਤੇ ਇੱਕ ਰੂਰਲ ਸੀਨ ਡਿਪਿਕਟ ਕੀਤਾ, ਰੂਰਲ ਸੀਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਦੇਖੋ ਚਰਖਾ ਹੈਗਾ, ਸਭ ਜਾਣਦੇ ਹੈਗੇ ਆ, ਚੱਕਲਾ ਵੇਲਣਾ ਹੋ ਗਿਆ, ਇਹ ਮਸਾਲਾ ਕੁੱਟਣ ਵਾਸਤੇ ਹੁੰਦਾ, ਤੁਹਾਨੂੰ ਪਤਾ ਹੈ, ਪਾਣੀ ਪੀਣ ਦਾ ਤਰੀਕਾ। ਫਿਰ ਇੱਕ ਇਹ ਮੰਜੀ ਰੱਖੀ ਹੋਈ ਹੈ, ਤੁਹਾਨੂੰ ਪਤਾ ਆਮ ਤੁਸੀਂ ਹਾਈਵੇ 'ਤੇ ਜਾਓ ਅਤੇ ਢਾਬਿਆਂ 'ਤੇ ਜੇ ਬੱਸ ਆਪਣੇ ਟਰੱਕ ਡਰਾਈਵਰ ਹੁੰਦੇ ਨੇ, ਉਹਨਾਂ ਦੀ ਪ੍ਰੈਫਰੈਂਸ ਚਾਰਪਾਈ 'ਤੇ ਹੁੰਦੀ, ਨਾ ਕਿ ਕੁਰਸੀ 'ਤੇ। ਅਤੇ ਮੈਂ ਉਹੀ ਸ਼ੋਅ ਕੀਤਾ ਹੈ ਕਿ ਜੇਕਰ ਉਹ ਇੱਥੇ ਬਹਿ ਕੇ ਇਸ ਤਰ੍ਹਾਂ ਖਾਣਾ ਖਾਣਗੇ, ਪਾਣੀ ਪੀਣਗੇ, ਉਹ ਮੈਂ ਇੱਕ ਡਿਪਿਕਟ ਕੀਤੀ ਇੱਥੇ। ਟਰੱਕ ਡਰਾਈਵਰਾਂ ਦੀ ਵੀ ਤੁਸੀਂ ਇੱਕ ਯਾਦ ਨੂੰ ਇੱਥੇ ਜੋੜਿਆ ਹੈ, ਕਿਸਾਨਾਂ ਨੂੰ ਜੋੜਿਆ ਹੈ, ਟਰੱਕ ਡਰਾਈਵਰ ਹੋ ਗਏ, ਮਤਲਬ ਇੱਕ ਫੌਜ ਜਦੋਂ ਫੌਜੀ ਜਾਂਦੇ ਨੇ ਤਾਂ ਕਹਿੰਦੇ ਟਰੱਕ ਡਰਾਈਵਰਾਂ ਨਾਲ ਤਾਂ ਬਹੁਤ ਜ਼ਿਆਦਾ ਵਾਹ ਪੈਂਦਾ, ਸੰਬੰਧ ਉਹਨਾਂ ਨਾਲ ਵੀ ਬਣ ਜਾਂਦਾ ਹੈ। ਤੇ ਉਹਨਾਂ ਨੂੰ ਮੈਂ ਇੱਕ ਡਿਪਿਕਟ ਕੀਤਾ ਹੈਗਾ, ਇੱਕ ਵਿਲੇਜ ਸੀਨ, ਇੱਕ ਰੂਰਲ ਸੀਨ ਔਨ ਦਿਸ। ਅੱਛਾ, ਉਹਦੇ ਥੱਲੇ ਤੁਸੀਂ ਦੇਖੋਗੇ ਜੇ ਲੱਕੜ ਤੁਸੀਂ ਦੇਖ ਰਹੇ ਹੋ ਇਹ ਕਾਲੇ ਰੰਗ ਦੀ, ਇਹ ਇੱਕ ਪੇੜ ਦੀਆਂ ਦੋ ਜੜ੍ਹਾਂ ਹੈਗੀਆਂ। ਉਹਨਾਂ ਨੂੰ ਮੈਂ ਜੜ੍ਹਾਂ ਨੂੰ ਆਪਣੀ ਇਮੈਜੀਨੇਸ਼ਨ ਜੋੜ ਕੇ ਇੱਕ ਸੈਂਟਰ ਟੇਬਲ ਡਰਾਇੰਗ ਰੂਮ ਦਾ ਉਹਦਾ ਬੇਸ ਬਣਾਇਆ। ਇਸ ਤਰ੍ਹਾਂ ਤੁਸੀਂ ਲੈਫਟ 'ਤੇ ਦੇਖੋ, ਇਹ ਵਾਲਾ
ਇਹ 골ਡਨ ਕਲਰ ਜਿਹੜਾ ਪੀਸ ਹੈਗਾ, ਇਟ ਇਜ਼ ਅ ਗੋਲਫਰ ਜੀ। ਇਟ ਇਜ਼ ਆਲ ਵਨ ਪੀਸ। ਮੈਂ ਥੱਲੇ ਖਾਲੀ ਬੇਸ ਦਿੱਤਾ ਇਹਨੂੰ ਤਾਂ ਕਿ ਮੈਂ ਸਟੇਬਲ ਕਰ ਸਕਾਂ। ਇਹ ਗੋਲਫ ਹੈ, ਗੋਲਫ ਖੇਡ ਰਿਹਾ ਜਿਹੜਾ ਮਤਲਬ ਗੋਲਫ ਖੇਡ ਰਿਹਾ, ਉਹ ਗੋਲਫ ਕਲੱਬ ਨਾਲ ਸਵਿੰਗ ਕਰ ਰਿਹਾ। ਜੀ। ਸੋ ਉਹ ਖੱਬੀ ਜਿਹੜੀ ਹੱਥ ਹੈ ਉਹਦੀ ਹਿਪ ਤੇ ਹੋਗੀ, ਰਾਈਟ ਹੈਂਡ 'ਚ ਦੇਖੋ ਇੱਥੋਂ ਤੱਕ ਉਹਦਾ ਇਹ ਬਾਂਹ ਆ ਗਈ, ਇਹ ਜਿਹੜਾ ਗੋਲਫ ਦਾ ਕਲੱਬ ਆ ਗਿਆ। ਮਤਲਬ ਕਈ ਚੀਜ਼ਾਂ ਤੁਹਾਨੂੰ ਇਮੇਜਿਨ ਕਰਨੀਆਂ ਪੈਣਗੀਆਂ, ਪਰਸੈਪਸ਼ਨ ਦੀ ਗੱਲ ਹੈਗੀ। ਜੋ ਕੋਈ ਸੋਚੇ ਸਹੀ ਹੈਗਾ, ਮੈਂ ਜੋ ਸੋਚਿਆ ਠੀਕ ਹੈ, ਤੁਸੀਂ ਸੋਚੋ ਉਹ ਵੀ ਠੀਕ ਹੈਗਾ, ਇਟ ਇਜ਼ ਫਾਈਨ। ਇਹ ਤੁਸੀਂ ਦੇਖ ਰਹੇ ਹੋ ਇੱਕ ਮੇਰਾ ਹੋਰ ਡ੍ਰਿਫਟਵੁੱਡ ਦਾ ਪੀਸ ਹੈਗਾ, ਜਿਹੜਾ ਇੱਕ ਲੈਂਪ ਹੈਗਾ। ਜੇਕਰ ਮੈਂ ਕਿਹਾ ਸੀ ਕਿ ਬਿਊਟੀਲਿਟੀ ਇਸ ਦੀ ਬਿਊਟੀ ਵੀ ਹੈਗੀ, ਯੂਟਿਲਿਟੀ ਵੀ ਹੈਗੀ ਕਿ ਲਾਈਟ ਦੇ ਰਿਹਾ। ਇਹ ਵੀ ਦੋ ਪੀਸ ਨੂੰ ਜੋੜ ਕੇ ਫਿਰ ਉਹਨੂੰ 골ਡਨ ਕਲਰ ਦਿੱਤੇ ਆ ਟੂ ਮੇਕ ਇਟ ਅਟਰੈਕਟਿਵ। ਜੀ ਜੀ ਜੀ, ਬਿਲਕੁਲ। ਕਰਨਲ ਸਾਹਿਬ, ਜਿਹੜੀਆਂ ਇਹ ਚੀਜ਼ਾਂ ਬਾਰੇ ਅਸੀਂ ਅੱਗੇ ਪਹਿਲਾਂ ਵੀ ਤੁਹਾਨੂੰ ਕੁਐਸਚਨ ਕੀਤਾ ਸੀ ਕਿ ਇਹ ਚੀਜ਼ਾਂ ਦੀ ਇਮੇਜਿਨ ਫਿਰ ਤੁਹਾਨੂੰ ਹੁੰਦੀ ਕਿਹੜੇ ਸਮੇਂ ਹੈ, ਕਿ ਤੁਸੀਂ ਰਾਤ ਨੂੰ ਜਦੋਂ ਹੁੰਦੀ ਕਿ ਉਸ ਸਮੇਂ ਕੋਈ ਆਰਟ ਕੁਝ ਪੇਪਰ ਤੇ ਕੁਝ ਬਣਾਉਣਾ ਪੈਂਦਾ ਜਾਂ ਲੱਕੜ ਨੂੰ ਦੇਖ ਹੀ ਬਸ ਦਿਮਾਗ 'ਚ ਆਉਂਦਾ ਕੁਛ ਨਾ ਕੁਛ? ਉਹ ਇਸ ਤਰ੍ਹਾਂ ਕਿ ਦੇਖੋ ਫੌਜ 'ਚ ਸੀਗਾ ਮੈਂ 29 ਇਅਰਸ, ਦੈਨ ਫੌਜ 'ਚ ਤੁਹਾਨੂੰ ਪਤਾ ਇਹਨਾਂ ਚੀਜ਼ਾਂ 'ਤੇ ਟਾਈਮ ਨਹੀਂ ਮਿਲਦਾ, ਪ੍ਰਾਇੋਰਟੀਜ਼ ਆਰ ਕੁਆਇਟ ਡਿਫਰੈਂਟ। ਦੈਨ ਆਫਟਰ ਰਿਟਾਇਰਮੈਂਟ ਆਈ ਡਿਵੈਲਪ ਟੇਸਟ ਇਨ ਦਿਸ ਆਰਟ ਵਰਕ। ਉਸ ਤੋਂ ਬਾਅਦ ਇਹ ਇਸ ਤਰ੍ਹਾਂ ਹੈਗਾ ਕਿ ਜੇਕਰ ਇਹਨਾਂ ਨੂੰ ਪੁੱਛਿਆ ਹੈਗਾ, ਮੈਂ ਕਹਿ ਰਿਹਾ ਕਿ ਮੈਂ ਅਗਰ ਰੋਡ 'ਤੇ ਟਰੈਵਲ ਕਰ ਰਿਹਾ ਹੁੰਦਾ, ਮੈਂ ਖੱਬੇ ਸੱਜੇ ਪੇੜਾਂ ਦੇਖਦਾ ਰਹਿਣਾ, ਜਿੱਥੇ ਮੈਨੂੰ ਲੱਗੇ ਕਿ ਇੱਕ ਇੰਟਰੀਕ ਪੀਸ ਹੈਗਾ, ਤੇ ਫਿਰ ਮੈਂ ਆਪਣੇ ਭਾਵੇਂ ਜਰਨੀ ਰੋਕ ਕੇ ਤੋਂ ਲੱਕੜ ਨੂੰ ਜ਼ਰੂਰ ਫਿਰ ਮੈਂ ਚੁੱਕ ਕੇ ਹਾਸਲ ਕਰਕੇ ਉਹਦਾ ਫਿਰ ਘਰ ਲਿਆ ਕੇ ਉਹਦਾ ਬਣਾਉਣ ਦੀ ਕੋਸ਼ਿਸ਼ ਕਰਦਾ। ਜੀ ਬਿਲਕੁਲ। ਅਸੀਂ ਹੁਣ ਵੀ ਤੁਹਾਨੂੰ ਦੇਖਿਆ, ਤੁਸੀਂ ਚਾਹੇ ਰਿਟਾਇਰਮੈਂਟ ਤਾਂ ਚੱਲ ਉਹੀ ਡਰੈਸ ਅਪ ਦੇ ਵਿੱਚ ਉਸੇ ਤਰ੍ਹਾਂ ਜਿੱਦਾਂ ਫੌਜ ਦੇ ਬਿਲਕੁਲ ਟਿਪ ਟੌਪ ਹੁੰਦੇ ਨੇ। ਇਹ ਹੁਣ ਰੋਜ਼ਾਨਾ ਦੀ ਰਜੇਵਾ ਜ਼ਿੰਦਗੀ ਵੀ ਐਵੇਂ ਲੰਘਦੀ ਫਿਰ? हाँ, I am active in my own life, touch wood. Like I play golf 3 times a week. ਬਾਕੀ ਹੋਰ ਜੋ ਮੇਰੇ 'ਚ ਇੱਕ ਹੋਰ ਚੀਜ਼ ਹੈਗੀ ਜਿਹੜੀ ਮੈਂ ਕਹਿਣਾ ਚਾਹੁੰਦਾ, DIY, ਡੂ ਇਟ ਯੋਰਸੈਲਫ। ਤਾਂ ਮੇਰਾ ਸ਼ੌਕ ਹੈਗਾ ਕਿ ਮੈਂ ਆਪਣਾ ਕੰਮ ਖੁਦ ਘਰ ਕ੍ਰੀਏਟ ਕਰਦਾ, ਵਿਚ ਸਮਟਾਈਮ ਇਜ਼ ਨਾਟ ਟੂ ਮਚ ਲਾਈਕਿੰਗ ਆਫ ਮਾਈ ਵਾਈਫ, ਬਟ ਆਈ ਕ੍ਰੀਏਟ ਵਰਕ ਫॉर ਮਾਈ ਸੈਲਫ। ਆਈ ਐਨਜੋਏ ਦੈਟ। ਮੈਨੂੰ ਚੰਗਾ ਲੱਗਦਾ ਆਪਣਾ ਕੰਮ ਕ੍ਰੀਏਟ ਕਰਨ ਨੂੰ। ਬੱਚੇ ਤੇ ਘਰ ਵਾਲੇ ਇਸ ਚੀਜ਼ 'ਤੇ ਖੁਸ਼ ਹੁੰਦੇ ਨੇ ਜਦੋਂ ਕੋਈ ਇਹ ਚੀਜ਼ਾਂ ਨੂੰ ਦੇਖਣ ਆਉਂਦਾ ਜਾਂ ਕਿੱਦਾਂ? ਹਾਂਜੀ ਬਿਲਕੁਲ, ਪਰਿਵਾਰ ਹਮੇਸ਼ਾ ਖੁਸ਼ ਹੋਏਗਾ। ਕੋਈ ਵੀ ਮਿਲਣ ਆਉਂਦਾ ਹੈ, ਕੋਈ ਦੇਖਦਾ ਹੈਗਾ ਤੇ ਚੰਗਾ ਲੱਗਦਾ ਹੈ। ਬਿਲਕੁਲ। ਕੀ ਸੰਦੇਸ਼ ਕੀ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਜੋ ਇਹਨੂੰ ਲੱਕੜ ਕਹਿੰਦੇ ਨੇ, ਪਰ ਤੁਸੀਂ ਲੱਕੜ 'ਚ ਅਸੀਂ ਅੱਗੇ ਵੀ ਕਿਹਾ ਕਿ ਇੱਕ ਜਾਣ ਦੀ ਕਮੀ ਹੈਗੀ, ਉਹਨਾਂ ਨੂੰ ਕੀ ਸੰਦੇਸ਼ ਹੈਗਾ? ਉਹ ਮੈਂ ਕਹਿਣਾ ਚਾਹੁੰਦਾ, ਕਈ ਕ੍ਰਿਟਿਕਸ ਨੇ ਕਿਹਾ ਹੈਗਾ ਕਿ ਮੇਰੀ ਥਰਡ ਆਈ ਹੈਗੀ, ਦੈਟ ਆਈ ਕੈਨ ਸਪੌਟ ਇੰਟਰਸਟਿੰਗ ਪੀਸ ਐਨੀਵੇਅਰ। ਦੈਟ ਇਜ਼ ਵਨ ਆਸਪੈਕਟ। ਦੂਜਾ ਹੈਗਾ ਕਿ ਕਈਆਂ ਨੇ ਇਹ ਵੀ ਕਿਹਾ ਹੈਗਾ ਕਿ ਜਿਹੜੀ ਲੱਕੜ ਜਾਨ ਨਹੀਂ ਹੈਗੀ, ਇਹ ਜੜ ਖਤਮ ਹੋ ਗਈ ਹੈ, ਮੈਂ ਉਸ ਲੱਕੜ 'ਚ ਜਾਨ ਪਾ ਦੇਣਾ। ਸੋ ਦੈਟ ਇਜ਼ ਅ ਬਿਗ ਸੋਰਟ ਆਫ ਸੈਟਿਸਫੈਕਸ਼ਨ ਐਂਡ ਅਚੀਵਮੈਂਟ, ਐਂਡ ਆਈ ਫੀਲ ਹੰਬਲਡ ਅਬਾਊਟ ਦੈਟ। ਥੈਂਕ ਯੂ ਸੋ ਮਚ ਜੀ। Then I also have a passion of traveling abroad. ਅਸੀਂ 17 ਵਿਜ਼ਿਟ ਕੀਤੇ ਹੈਗੇ ਅਬਰੋਡ, ਐਂਡ 35 ਕੰਟਰੀਜ਼ ਵੀ ਹੈਵ ਵਿਜ਼ਿਟਡ। ਸੋ ਮੈਨੂੰ ਉਹ ਸ਼ੌਕ ਹੈ। ਹੁਣ ਕਰੋਨਾ ਜੀ ਕਰਕੇ ਮੈਂ ਕਰੋਨਾ ਨੂੰ ਕਰੋਨਾ ਜੀ ਕਹਿਣਾ ਇੱਜ਼ਤ ਕਰਦਾ, ਉਸ ਕਰਕੇ 2-3 ਸਾਲ ਅਸੀਂ ਜਾ ਨਹੀਂ ਸਕੇ ਹਾਂ। ਉਸ ਤੋਂ ਪਹਿਲਾਂ ਅਸੀਂ 17 ਵਿਜ਼ਿਟ ਕੀਤੇ ਨੇ, 35 ਕੰਟਰੀ ਵਿਜ਼ਿਟ ਕੀਤੇ ਨੇ, ਅਤੇ ਮੇਰੇ ਕੋਲ ਛੋਟੇ ਵੱਡੇ 250-250 ਸੁਵੀਨੀਅਰ ਹੈਗੇ। ਤੋ ਕਈ ਫਿਰ ਕਹਿੰਦੇ ਨੇ ਕਿ ਬਈ ਮੇਰਾ ਘਰ ਜਿਹੜਾ ਹੈਗਾ ਇੱਕ ਮਿਨੀ ਮਿਊਜ਼ੀਅਮ ਹੈਗਾ। ਯੈਸ, ਵਾਈ ਨਾਟ। ਮੇਰਾ ਇੱਕ ਹੋਰ ਜੋ ਪੈਸ਼ਨ ਹੈਗਾ ਅਬਾਊਟ ਰਾਈਟਿੰਗ ਸਕਿੱਲ। ਪੀਪਲ ਸੇ ਆਈ ਹੈਵ ਅ ਯੂਨੀਕ ਸਟਾਈਲ ਆਫ ਰਾਈਟਿੰਗ। ਮੇਰੇ ਆਰਟੀਕਲ ਜਿਹੜੇ ਹੈਗੇ ਕਈ ਇੰਗਲਿਸ਼ ਡੇਲੀਜ਼ ਵਿੱਚ ਪਬਲਿਸ਼ ਹੋਏ ਨੇ। ਇੱਥੇ ਗੋਲਡਨ ਸੰਪਰਕ ਕਰਕੇ ਮੈਗਜ਼ੀਨ ਹੈਗੀ ਸੀਨੀਅਰ ਸਿਟੀਜ਼ਨ ਦੀ, ਉਸ ਵਿੱਚ ਪਬਲਿਸ਼ ਹੋਏ ਨੇ। ਦੈਨ ਗੋਲਫ ਕਲੱਬ ਮੈਗਜ਼ੀਨ ਵਿੱਚ ਆਰਟੀਕਲ ਪਬਲਿਸ਼ ਹੋਏ ਨੇ। ਫਿਰ ਯੁਗਮਾਰਗ ਇੱਕ ਪੇਪਰ ਹੈਗਾ, ਚੰਡੀਗੜ੍ਹ ਟਾਈਮਸ ਹੈਗਾ। ਇਸ ਤਰ੍ਹਾਂ ਕਈ ਪੇਪਰਾਂ 'ਚ ਮੇਰੇ ਆਰਟੀਕਲ ਜਿਹੜੇ ਹਨ ਉਹ ਪਬਲਿਸ਼ ਹੋਏ ਨੇ। ਮੈਨੂੰ ਚੰਗਾ ਲੱਗਦਾ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿ ਮੈਂ ਪਹਿਲਾਂ ਕਿਹਾ ਮੈਂ 29 ਇਅਰਸ ਸਰਵਿਸ ਕੀਤੀ ਹੈ ਫੌਜ ਵਿੱਚ, ਪਰ ਲੇਕਿਨ ਮੇਰਾ ਮੋਸਟ ਪ੍ਰੈਸਟੀਜੀਅਸ ਟੈਨਿਓਰ ਜਿਹੜਾ ਸੀਗਾ ਐਜ਼ ਐਨ ਇੰਸਟਰਕਟਰ ਐਟ ਦ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ। NDA ਇੰਸਟਰਕਟਰ ਮੈਂ ਸੀਗਾ 1978-79 ਵਿੱਚ। ਉਹਦੀ ਵੱਡੀ ਗੱਲ ਮੈਂ ਤੁਹਾਨੂੰ ਜੋ ਦੱਸਣਾ ਚਾਹਾਂਗਾ ਇਹ ਹੈਗਾ ਕਿ ਅੱਜ ਦੇ ਡੇਟ ਜਿਹੜੇ ਸਾਡੇ CDS ਹੈਗੇ, ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਜੇ ਏਅਰ ਚੀਫ ਹੈਗੇ ਏਅਰ ਚੀਫ ਮਾਰਸ਼ਲ ਵਿਵੇਕ ਚੌਧਰੀ, ਔਰ ਨੇਵਲ ਚੀਫ ਹੈਗੇ ਐਡਮਿਰਲ ਹਰੀ ਕੁਮਾਰ, ਇਹ ਤਿੰਨੋਂ ਮੇਰੇ ਕੈਡਿਟ ਸੀਗੇ ਮੇਰੇ ਜੂਲੀਅਟ ਸਕਾਡਰਨ ਵਿੱਚ। ਅਤੇ ਉਹ ਮੈਨੂੰ ਬੜਾ ਚੰਗਾ ਲੱਗਦਾ ਹੈ। ਆਈ ਫੀਲ ਵੈਰੀ ਪ੍ਰਾਊਡ ਦੈਟ ਆਈ ਵਾਜ਼ ਦੇਅਰ ਮੈਂਟਰ ਵੈਨ ਦੇ ਵਰ getting groomed, and today they have reached, ਉਹ ਇਤਨੇ ਉੱਚੇ ਪੌਦੇ ਤੱਕ ਪਹੁੰਚੇ ਨਾ, ਉਹ ਇਸ ਕਰਕੇ ਹੈਗੇ ਕਿ ਉਹਨਾਂ ਦੀ ਆਪਣੀ ਕਾਬਲੀਅਤ ਹੈਗੀ, ਕੋਈ ਸ਼ੱਕ ਨਹੀਂ ਹੈਗਾ। ਮਗਰ ਮੇਰਾ ਜੋ ਅੱਛੀ ਲੱਗਦੀ ਹੈ ਮੈਨੂੰ, ਜੋ ਆਈ ਫੀਲ ਪ੍ਰਾਊਡ ਇਜ਼ ਕਿ ਦੇ ਵਰ ਮਾਈ ਕੈਡਿਟਸ ਵੈਨ ਆਈ ਵਾਜ਼ ਦੇਅਰ ਸਕਾਡਰਨ ਕਮਾਂਡਰ। ਥੈਂਕ ਯੂ। ਇਸੇ ਸਾਡੇ ਨਾਲ ਰਿਟਾਇਰ ਕਰਨਲ ਜਸਪਾਲ ਸਿੰਘ ਚੰਡੋਕ, ਜਿਨ੍ਹਾਂ ਨੇ
ਲੱਕੜ 'ਚ ਅਜਿਹੀ ਕਲਾਕ੍ਰਿਤੀ ਕੀਤੀ ਹੋਈ ਹੈ ਤੇ ਪੁਰਾਣੇ ਵਿਰਸੇ ਦੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਵੀਸੀਆਰ ਦੀ ਗੱਲ ਕਰੀਏ, ਅਸੀਂ ਉਹਨਾਂ ਰਿਕਾਰਡਾਂ ਦੀ ਗੱਲ ਕਰੀ ਜਦੋਂ ਸਾਡੇ ਬਜ਼ੁਰਗ ਸੁਣਦੇ ਹੁੰਦੇ ਸੀ ਜਾਂ ਕੁਝ ਸਾਡੇ ਨੌਜਵਾਨਾਂ ਜਿਹੜੀਆਂ ਚੀਜ਼ਾਂ ਦੇਖੀਆਂ, ਪਰ ਦੇਖੀਆਂ ਉਹ ਕਬਾੜ 'ਚ ਪਈਆਂ ਦੇਖੀਆਂ, ਪਰ ਇੱਥੇ ਜੋ ਵੀ ਤੁਹਾਨੂੰ ਮਿਲਿਆ ਉਹ ਚੱਲਦਾ ਹੀ ਮਿਲਿਆ। ਤਾਂ ਜਿਸ ਦੀ ਇੱਕ ਵੱਡੀ ਮਿਸਾਲ ਹੈਗੇ ਨੇ ਰਿਟਾਇਰ ਜਿਹੜੇ ਸਾਡੇ ਨਾਲ ਕਰਨਲ ਹੈਗੇ, ਜਿਨ੍ਹਾਂ ਨੇ ਆਪਣੇ ਉਸ ਕਲਾ ਦੇ ਬਾਰੇ ਵੀ ਗੱਲ ਕੀਤਾ ਤੇ ਲੱਕੜ ਦੇ ਗੁਣਾਂ ਦੇ ਬਾਰੇ ਵੀ ਗੱਲ ਕੀਤਾ ਕਿ ਇੱਕ ਦੇਖਣ ਦਾ ਨਜ਼ਰੀਆ ਹੁੰਦਾ ਹੈ, ਹਰ ਚੀਜ਼ ਦੇ ਵਿੱਚ ਜਾਨ ਪਾਈ ਜਾ ਸਕਦੀ ਹੈ। ਕੈਮਰਾ ਪਰਸਨ ਮੋਹਨ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।